ਸਤਿ ਸ੍ਰੀ ਅਕਾਲ ਅਤੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਦੇਖਾਂਗੇ ਕਿ ਆਡੀਓ ਸਿਗਨਲਸ ਨੂੰ FM ਸਿਗਨਲਸ ਵਿੱਚ ਕਿਵੇਂ ਬਦਲਦੇ ਹਾਂ ਅਤੇ ਫਿਰ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਟ੍ਰੇਨਰ ਕਿਟ ਦੀ ਵਰਤੋਂ ਕਰਕੇ ਦੁਬਾਰਾ ਉਸੇ ਵਿੱਚ ਕਿਵੇਂ ਬਦਲਦੇ ਹਾਂ। ਅਸੀਂ ਹਰ ਸਟੈਪ ਨਾਲ ਸਿੱਖਾਂਗੇ ਕਿ ਇਹ ਕਿਵੇਂ ਕੀਤਾ ਜਾਂਦਾ ਹੈ। ਸਿਗਨਲ ਨੂੰ ਟਵੀਕ ਕਰਨ ਤੋਂ ਲੈ ਕੇ ਇਹ ਸਮਝਣ ਤੱਕ ਕਿ ਇਹ ਕਿਵੇਂ ਡੀਕੋਡਡ ਕੀਤਾ ਜਾਂਦਾ ਹੈ। ਸਾਊਂਡ ਅਤੇ ਇਲੈਕਟ੍ਰੋਨਿਕਸ ਨੂੰ ਸਮਝਣ ਦੇ ਇਸ ਦਿਲਚਸਪ ਸਫ਼ਰ ਵਿੱਚ ਸਾਡੇ ਨਾਲ ਸ਼ਾਮਲ ਹੋਵੋ। ਉਦੇਸ਼ ਇਸ ਸੈਸ਼ਨ ਦੇ ਅੰਤ ਵਿੱਚ ਤੁਸੀਂ ਇਹ ਕਰ ਸਕੋਗੇ: ਫ੍ਰੀਕੁਐਂਸੀ ਮਾਡੂਲੇਸ਼ਨ ਤੇ ਡੀਮੋਡੂਲੇਸ਼ਨ ਦੇ ਬਾਰੇ ਦੱਸਣਾ ਅਤੇ ਆਡੀਓ ਸਿਗਨਲ ਦੁਆਰਾ OFC ਟ੍ਰੇਨਰ ਕਿਟ ਦੀ ਵਰਤੋਂ ਕਰਦੇ ਹੋਏ ਫ੍ਰੀਕੁਐਂਸੀ ਮਾਡੂਲੇਸ਼ਨ ਤੇ ਡੀਮੋਡੂਲੇਸ਼ਨ ਦਾ ਪ੍ਰਦਰਸ਼ਨ ਕਰਨਾ। ਮਾਡੂਲੇਸ਼ਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਟਰਾਂਸਮਿਟ ਕੀਤੇ ਜਾਣ ਵਾਲੇ ਇਨਫੋਰਮੇਸ਼ਨ ਸਿਗਨਲ ਦੇ ਅਨੁਸਾਰ ਕੈਰੀਅਰ ਸਿਗਨਲ ਦੀਆਂ ਪ੍ਰੋਪਰਟੀਜ਼ ਨੂੰ ਬਦਲਿਆ ਜਾਂਦਾ ਹੈ, ਜਿਵੇਂ ਕਿ ਐਂਪਲੀਟਿਊਡ, ਫ੍ਰੀਕੁਐਂਸੀ ਜਾਂ ਫੇਜ਼। ਕੈਰੀਅਰ ਸਿਗਨਲ ਇਨਫੋਰਮੇਸ਼ਨ ਲਈ ਇੱਕ ਕੈਰੀਅਰ ਵਜੋਂ ਕੰਮ ਕਰਦਾ ਹੈ। ਇਸ ਨੂੰ ਰੇਡੀਓ ਵੇਵਜ਼ ਜਾਂ ਕੇਬਲਸ ਦੇ ਮਾਮਲੇ 'ਚ ਏਅਰ ਵਰਗੇ ਮਾਧਿਅਮ ਰਾਹੀਂ ਕੁਸ਼ਲਤਾ ਨਾਲ ਟਰਾਂਸਮਿਟ ਕੀਤਾ ਜਾਂਦਾ ਹੈ, ਜਿਵੇਂ ਕਿ ਵਾਇਰਡ ਕਮਿਊਨੀਕੇਸ਼ਨ ਦੇ ਮਾਮਲੇ 'ਚ ਹੁੰਦਾ ਹੈ। ਮਾਡੂਲੇਸ਼ਨ ਦੀ ਲੋੜ: ਸਿਗਨਲ ਸਟਰੈਂਥ ਨੂੰ ਵਧਾਉਣ ਲਈ। ਸੈਂਡਰ ਦੇ ਬੇਸ ਬੈਂਡ ਸਿਗਨਲਸ ਡਾਇਰੈਕਟ ਟਰਾਂਸਮਿਸ਼ਨ ਲਈ ਸਮਰੱਥ ਨਹੀਂ ਹੁੰਦੇ। ਲੰਬੀ ਦੂਰੀ ਤੱਕ ਸਿਗਨਲ ਭੇਜਣ ਲਈ ਮੈਸੇਜ ਸਿਗਨਲ ਦੀ ਸਟਰੈਂਥ ਨੂੰ ਵਧਾਉਣਾ ਹੁੰਦਾ ਹੈ। ਇਸ ਕਰਕੇ ਇਸ ਜਗ੍ਹਾ ਤੇ ਮਾਡੂਲੇਸ਼ਨ ਕੀਤੀ ਜਾਂਦੀ ਹੈ। ਵਾਇਰਲੈਸ ਕਮਿਊਨੀਕੇਸ਼ਨ ਸਿਸਟਮ: ਮਾਡੂਲੇਸ਼ਨ ਕਮਿਊਨੀਕੇਸ਼ਨ ਸਿਸਟਮ 'ਚ ਵਾਇਰਸ ਦੀ ਲੋੜ ਨੂੰ ਖਤਮ ਕਰਦੀ ਹੈ। ਇਹ ਇਸ ਤੱਥ ਦੇ ਕਾਰਨ ਹੈ ਕਿ ਮਾਡੂਲੇਸ਼ਨ ਦੀ ਵਰਤੋਂ ਇੱਕ ਤੇਜ਼ੀ ਨਾਲ ਇੱਕ ਲੋਕੇਸ਼ਨ ਤੋਂ ਦੂਜੀ ਲੋਕੇਸ਼ਨ ਤੱਕ ਸਿਗਨਲ ਨੂੰ ਟਰਾਂਸਮਿਟਿੰਗ ਕਰਨ ਦੇ ਵਿੱਚ ਕੀਤੀ ਜਾਂਦੀ ਹੈ। ਐਂਟੀਨਾ ਦਾ ਆਕਾਰ: 20 ਹਰਟਜ਼ ਤੋਂ 20 ਕਿਲੋਹਰਟਜ਼ ਫ੍ਰੀਕੁਐਂਸੀ ਰੇਂਜ ਵਿੱਚ ਸਿਗਨਲ ਕੇਵਲ ਥੋੜ੍ਹੀ ਦੂਰੀ ਹੀ ਤੈਅ ਕਰ ਸਕਦੇ ਨੇ। ਮੈਸੇਜ ਭੇਜਣ ਦੇ ਲਈ ਵਰਤੇ ਗਏ ਐਂਟੀਨਾ ਦੀ ਲੰਬਾਈ ਵਰਤੀ ਗਈ ਫ੍ਰੀਕੁਐਂਸੀ ਦੀ 1/4 ਹੋਣੀ ਚਾਹੀਦੀ ਹੈ। ਨਤੀਜੇ ਵਜੋਂ ਮੈਸੇਜ ਸਿਗਨਲ ਦੀ ਫ੍ਰੀਕੁਐਂਸੀ ਨੂੰ ਵਧਾਉਣ ਤੇ ਇਸ ਦੀ ਸਟਰੈਂਥ ਨੂੰ ਵਧਾਉਣ ਲਈ ਮਾਡੂਲੇਸ਼ਨ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਰਿਸੀਵਰ ਤੱਕ ਪਹੁੰਚ ਸਕੇ। ਵੱਖ-ਵੱਖ ਕਿਸਮ ਦੇ ਮਾਡੂਲੇਸ਼ਨਸ: ਐਂਪਲੀਟਿਊਡ ਮਾਡੂਲੇਸ਼ਨ, ਫ੍ਰੀਕੁਐਂਸੀ ਮਾਡੂਲੇਸ਼ਨ ਅਤੇ ਫੇਜ਼ ਮਾਡੂਲੇਸ਼ਨ। ਫ੍ਰੀਕੁਐਂਸੀ ਮਾਡੂਲੇਸ਼ਨ ਉਹ ਮਾਡੂਲੇਸ਼ਨ ਜਿੱਥੇ ਬੇਸ ਸਿਗਨਲ ਦੀ ਫ੍ਰੀਕੁਐਂਸੀ ਨੂੰ ਇੱਕ ਵੱਖਰੀ ਫ੍ਰੀਕੁਐਂਸੀ ਵਾਲੇ ਕੈਰੀਅਰ ਸਿਗਨਲ ਦੇ ਨਾਲ ਸੁਪਰਇੰਪੋਜ਼ ਕਰਕੇ ਬਦਲਦਾ ਹੈ, ਉਸ ਨੂੰ ਫ੍ਰੀਕੁਐਂਸੀ ਮਾਡੂਲੇਸ਼ਨ ਕਿਹਾ ਜਾਂਦਾ ਹੈ। ਆਓ ਹੁਣ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਕਿਟ ਦੇ ਹਰੇਕ ਬਲਾਕ ਨੂੰ ਵੇਖੀਏ। ਫੰਕਸ਼ਨ ਜਨਰੇਟਰ: ਕਿਟ ਵਿੱਚ ਇਹ ਬਲਾਕ ਵੱਖ-ਵੱਖ ਫ੍ਰੀਕੁਐਂਸੀ ਅਤੇ ਵੇਵ ਫਾਰਮਸ ਜਿਵੇਂ ਕਿ ਸਾਈਨ, ਸਕੁਏਅਰ ਆਦਿ ਦੇ ਸਿਗਨਲ ਨੂੰ ਤਿਆਰ ਕਰਦਾ ਹੈ। ਫ੍ਰੀਕੁਐਂਸੀ ਮਾਡੂਲੇਸ਼ਨ ਜਾਂ VCO: ਇਹ ਤਕਨੀਕ ਇੱਕ ਕੈਰੀਅਰ ਸਿਗਨਲ ਤੇ ਇਨਫੋਰਮੇਸ਼ਨ ਨੂੰ ਇਸ ਦੀ ਫ੍ਰੀਕੁਐਂਸੀ ਨੂੰ ਬਦਲ ਕੇ ਇਨਕੋਡ ਕਰਦੀ ਹੈ, ਜੋ ਟਰਾਂਸਮਿਟ ਕੀਤੇ ਜਾਣ ਵਾਲੇ ਡਾਟਾ ਦੇ ਆਧਾਰ ਤੇ ਫੰਕਸ਼ਨ ਜਨਰੇਟਰ ਦੇ ਸਿਗਨਲ ਦੀ ਫ੍ਰੀਕੁਐਂਸੀ ਨੂੰ ਬਦਲਦਾ ਹੈ। ਐਮੀਟਰ ਸਰਕਿਟਸ: ਇਹ ਸਰਕਟ FM ਯੂਨਿਟ ਦੁਆਰਾ ਸੰਭਾਵਿਤ ਤੌਰ ਤੇ ਮਾਡੂਲੇਟਡ ਕੀਤੇ ਗਏ ਇਲੈਕਟ੍ਰੀਕਲ ਸਿਗਨਲ ਨੂੰ ਲੈਂਦੇ ਨੇ ਤੇ ਇਸ ਨੂੰ ਲਾਈਟ ਸਿਗਨਲ 'ਚ ਬਦਲਦੇ ਨੇ। ਇਸ ਲਾਈਟ ਸਿਗਨਲ ਨੂੰ ਫਿਰ ਫਾਈਬਰ ਆਪਟਿਕ ਕੇਬਲ ਦੇ ਵਿੱਚ ਲਾਂਚ ਕੀਤਾ ਜਾਂਦਾ ਹੈ। ਡਿਟੈਕਟਰ ਸਰਕਿਟਸ: ਜਦੋਂ ਲਾਈਟ ਸਿਗਨਲ ਫਾਈਬਰ ਆਪਟਿਕ ਕੇਬਲ ਦੇ ਦੂਜੇ ਸਿਰੇ ਤੇ ਪਹੁੰਚਦਾ ਹੈ ਤਾਂ ਇਹ ਸਰਕਿਟ ਇਸ ਨੂੰ ਵਾਪਸ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਬਦਲ ਦਿੰਦੇ ਨੇ। ਕੰਪੈਰੇਟਰ ਸਰਕਿਟ: ਕੰਪੈਰੇਟਰ ਸਰਕਿਟ ਆਮ ਤੌਰ ਤੇ ਦੋ ਸਿਗਨਲਸ ਦੀ ਤੁਲਨਾ ਕਰਦੇ ਨੇ ਤੇ ਤੁਲਨਾ ਦੇ ਆਧਾਰ ਤੇ ਹਾਈ ਜਾਂ ਲੋ ਵੋਲਟੇਜ ਦੀ ਆਉਟਪੁੱਟ ਦਿੰਦੇ ਨੇ। ਫੇਜ਼ ਲੌਕਡ ਲੂਪ ਜਾਂ PLL ਡਿਟੈਕਟਰ: ਇਹ ਸਰਕਿਟ ਪ੍ਰਾਪਤ ਹੋਏ ਇਲੈਕਟ੍ਰੀਕਲ ਸਿਗਨਲ ਤੋਂ ਓਰੀਜਨਲ ਡਾਟਾ ਸਿਗਨਲ ਨੂੰ ਮੁੜ ਪ੍ਰਾਪਤ ਕਰਨ 'ਚ ਮਦਦ ਕਰਦਾ ਹੈ। ਲੋ ਪਾਸ ਫਿਲਟਰ: ਇਹ ਫਿਲਟਰ ਘੱਟ ਤੋਂ ਘੱਟ ਡਿਸਟੋਰਸ਼ਨ ਦੇ ਨਾਲ ਓਰੀਜਨਲ ਡਾਟਾ ਨੂੰ ਪਿੱਛੇ ਛੱਡ ਕੇ ਮੁੜ ਪ੍ਰਾਪਤ ਕੀਤੇ ਇਲੈਕਟ੍ਰੀਕਲ ਸਿਗਨਲ ਤੋਂ ਹਾਈ ਫ੍ਰੀਕੁਐਂਸੀ ਨॉइस ਨੂੰ ਹਟਾਉਂਦਾ ਹੈ। AC ਐਂਪਲੀਫਾਇਰ ਸਰਕਿਟਸ: ਇਹ ਸਰਕਿਟ ਡਿਟੈਕਟਰ ਸਰਕਿਟਸ ਦੁਆਰਾ ਪ੍ਰਾਪਤ ਕੀਤੇ ਵੀਕ ਇਲੈਕਟ੍ਰੀਕਲ ਸਿਗਨਲ ਨੂੰ ਵਧਾਉਂਦੇ ਨੇ, ਇਸ ਨੂੰ ਅੱਗੇ ਦੀ ਪ੍ਰੋਸੈਸਿੰਗ ਜਾਂ ਐਨਾਲਾਈਸਿਸ ਲਈ ਕਾਫੀ ਮਜ਼ਬੂਤ ਬਣਾਉਂਦੇ ਨੇ। ਇਸ ਤੋਂ ਬਾਅਦ ਆਓ ਅਸੀਂ ਆਡੀਓ ਸਿਗਨਲ ਦੁਆਰਾ OFC ਟ੍ਰੇਨਰ ਕਿਟ ਦੀ ਵਰਤੋਂ ਕਰਦੇ ਹੋਏ FM ਮਾਡੂਲੇਸ਼ਨ ਅਤੇ ਡੀਮੋਡੂਲੇਸ਼ਨ ਕਰੀਏ। ਇਸ ਦੇ ਲਈ ਤੁਹਾਨੂੰ ਹੇਠਾਂ ਦਿੱਤੇ ਸਾਧਨਾਂ ਤੇ ਇਕੁਇਪਮੈਂਟ ਦੀ ਲੋੜ ਪਵੇਗੀ, ਜਿਵੇਂ ਕਿ
ऑप्टिकल फाइबर कम्युनिकेशन ट्रेनर किट 1, फाइबर ऑप्टिक केबल 1, बनाना पिन्स लोड अनुसार, CRO ਜਾਂ ਕੈਥੋਡ ਰੇ ऑसिलोस्कोप 1 ਅਤੇ ਪ੍ਰੋਬਸ 2। ਆਓ ਹੁਣ ਆਡੀਓ ਸਿਗਨਲ ਦੀ ਵਰਤੋਂ ਕਰਦੇ ਹੋਏ OFC ਟ੍ਰੇਨਰ ਕਿਟ ਦੀ ਵਰਤੋਂ ਕਰਦੇ ਹੋਏ FM ਮੋਡੂਲੇਸ਼ਨ ਅਤੇ ਡੀਮੋਡੂਲੇਸ਼ਨ ਕਰਨੀ ਸਿੱਖੀਏ। ਸਟੈਪ 1, ਪਾਵਰ ਸਪਲਾਈ ਕਨੈਕਸ਼ਨ। ਉਚਿਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਆਓ OFC ਟ੍ਰੇਨਰ ਕਿਟ ਅਤੇ ਕੈਥੋਡ ਰੇ ऑसिलोस्कोप ਜਾਂ CRO ਦੋਵਾਂ ਲਈ ਪਾਵਰ ਕਨੈਕਸ਼ਨ ਸਥਾਪਿਤ ਕਰਕੇ ਸ਼ੁਰੂ ਕਰੀਏ। ਦੋਨੋਂ ਡਿਵਾਈਸ ਦੀਆਂ ਪਾਵਰ ਕਾਰਡਸ ਨੂੰ ਉਹਨਾਂ ਦੀ ਸੰਬੰਧਿਤ ਪਾਵਰ ਆਊਟਲੈਟਸ 'ਚ ਪਲੱਗ ਇਨ ਕਰਕੇ ਸ਼ੁਰੂ ਕਰੋ। ਅੱਗੇ ਵਧਣ ਤੋਂ ਪਹਿਲਾਂ 2 ਵਾਰ ਜਾਂਚ ਕਰੋ ਕਿ ਦੋਨੋਂ ਡਿਵਾਈਸ ਤੇ ਪਾਵਰ ਸਵਿਚ ਔਨ ਸਥਿਤੀ 'ਚ ਹੈ। ਸਟੈਪ 2, ਸਿਗਨਲ ਜਨਰੇਸ਼ਨ ਸੈਟਅਪ। ਹੁਣ ਆਓ ਸਿਗਨਲ ਜਨਰੇਸ਼ਨ ਸੈਟਅਪ ਕਰੀਏ। OFC ਟ੍ਰੇਨਰ ਕਿਟ ਦੇ ਬਿਲਟ ਇਨ ਫੰਕਸ਼ਨ ਜਨਰੇਟਰ ਦੀ ਵਰਤੋਂ ਕਰਦੇ ਹੋਏ 1 ਕਿਲੋਹਰਟਜ਼ ਦੀ ਫ੍ਰੀਕੁਐਂਸੀ ਨਾਲ ਸਾਈਨ ਵੇਵ ਸਿਗਨਲ ਤਿਆਰ ਕਰੋ। ਸਹੀ ਵਾਇਰ ਨੂੰ ਫੰਕਸ਼ਨ ਜਨਰੇਟਰ ਇਨਪੁਟ ਨਾਲ ਕਨੈਕਟ ਕਰੋ। ਲੋਡ ਅਨੁਸਾਰ ਫੰਕਸ਼ਨ ਜਨਰੇਟਰ ਦੀ ਫ੍ਰੀਕੁਐਂਸੀ ਅਤੇ ਐਂਪਲੀਟਿਊਡ ਸੈਟਿੰਗ ਨੂੰ ਵਿਵਸਥਿਤ ਕਰੋ। ਆਮ ਤੌਰ ਤੇ ਫੰਕਸ਼ਨ ਜਨਰੇਟਰ ਦੇ ਫਰੰਟ ਪੈਨਲ ਤੇ ਨੋਬਸ ਦੀ ਵਰਤੋਂ ਕਰਕੇ ਫ੍ਰੀਕੁਐਂਸੀ ਅਤੇ ਐਂਪਲੀਟਿਊਡ ਕੰਟਰੋਲਸ ਨੂੰ ਐਡਜਸਟ ਕੀਤਾ ਜਾ ਸਕਦਾ ਹੈ। ਸਟੈਪ 3, ऑसिलोस्कोप ਜਾਂ CRO ਨਾਲ ਕਨੈਕਟ ਕਰੋ। ਇੱਕ ਪ੍ਰੋਬ ਲਵੋ ਤੇ ਇਸ ਨੂੰ ਚੈਨਲ 1 ਨਾਲ ਕਨੈਕਟ ਕਰੋ। ਹੁਣ ਫੰਕਸ਼ਨ ਜਨਰੇਟਰ ਦੇ ਆਉਟਪੁੱਟ ਨੂੰ CRO ਦੇ ਚੁਣੇ ਗਏ ਇਨਪੁੱਟ ਚੈਨਲ ਦੇ ਨਾਲ ਕਨੈਕਟ ਕਰੋ। ਇਨਪੁੱਟ ਸਿਗਨਲ ਨੂੰ ਕਨੈਕਟ ਕਰਨ ਲਈ ਰੈੱਡ ਪ੍ਰੋਬ ਦੀ ਵਰਤੋਂ ਕਰੋ। ਤੇ ਬਲੈਕ ਪ੍ਰੋਬ ਨੂੰ ਕਾਮਨ ਗਰਾਊਂਡ ਦੇ ਨਾਲ ਕਨੈਕਟ ਕਰੋ। ਸਟੈਪ 4, ਸਿਗਨਲ ਕਰੈਕਟਰਿਸਟਿਕਸ ਦੀ ਪੁਸ਼ਟੀ ਕਰੋ। ਹੁਣ CRO ਸਕਰੀਨ ਤੇ ਵੇਵਫਾਰਮ ਨੂੰ ਦੇਖੋ। ਪੁਸ਼ਟੀ ਕਰਨ ਲਈ ਨਿਮਨ ਲਿਖਿਤ ਇਕੁਏਸ਼ਨਸ ਦੀ ਵਰਤੋਂ ਕਰੋ। ਐਂਪਲੀਟਿਊਡ A ਵਰਟੀਕਲ ਡਿਵੀਜ਼ਨਸ ਨੂੰ ਵੋਲਟ ਪਰ ਡਿਵੀਜ਼ਨ ਦੇ ਨਾਲ ਗੁਣਾ ਕਰਨ ਤੋਂ ਬਾਅਦ ਪ੍ਰਾਪਤ ਕੀਤੀ ਗਈ ਸੰਖਿਆ। ਹੁਣ CRO ਤੇ ਵਰਟੀਕਲ ਡਿਵੀਜ਼ਨ ਤੇ ਵੋਲਟ ਪਰ ਡਿਵੀਜ਼ਨ ਦਾ ਨਿਰੀਖਣ ਕਰੋ ਤੇ ਐਂਪਲੀਟਿਊਡ ਦੀ ਗਣਨਾ ਕਰੋ। ਟਾਈਮ ਪੀਰੀਅਡ T ਹੌਰੀਜ਼ੌਂਟਲ ਡਿਵੀਜ਼ਨ ਦੀ ਸੰਖਿਆ ਨੂੰ ਟਾਈਮ ਪਰ ਡਿਵੀਜ਼ਨ ਨਾਲ ਗੁਣਾ ਕੀਤਾ ਜਾਂਦਾ ਹੈ। ਹੌਰੀਜ਼ੌਂਟਲ ਡਿਵੀਜ਼ਨ ਦੀ ਗਿਣਤੀ ਅਤੇ ਟਾਈਮ ਪਰ ਡਿਵੀਜ਼ਨ ਦੇਖੋ ਤੇ ਟਾਈਮ ਪੀਰੀਅਡ ਨੂੰ ਰਿਕਾਰਡ ਕਰੋ। ਹੁਣ ਟਾਈਮ ਪੀਰੀਅਡ ਨੂੰ ਦੇਖ ਕੇ ਫ੍ਰੀਕੁਐਂਸੀ ਦੀ ਗਣਨਾ ਕਰੋ। ਫ੍ਰੀਕੁਐਂਸੀ ਜਾਂ F 1 ਨੂੰ ਟਾਈਮ ਪੀਰੀਅਡ T ਦੇ ਨਾਲ ਵੰਡੇ ਜਾਣ ਤੇ ਪ੍ਰਾਪਤ ਹੋਣ ਵਾਲੀ ਸੰਖਿਆ। ਸਟੈਪ 5, FM ਯਾਨੀ ਫ੍ਰੀਕੁਐਂਸੀ ਮੋਡੂਲੇਸ਼ਨ ਕਰਨਾ। ਹੁਣ ਫੰਕਸ਼ਨ ਜਨਰੇਟਰ ਆਉਟਪੁੱਟ ਨੂੰ ਫ੍ਰੀਕੁਐਂਸੀ ਮੋਡੂਲੇਟਰ ਬਲਾਕ ਦੀ ਵੋਲਟੇਜ ਕੰਟਰੋਲਡ ਔਸੀਲੇਟਰ ਦੇ ਇਨਪੁੱਟ ਦੇ ਨਾਲ ਕਨੈਕਟ ਕਰੋ। ਫ੍ਰੀਕੁਐਂਸੀ ਮੋਡੂਲੇਟਰ ਦੇ ਸਿਗਨਲ ਆਉਟਪੁੱਟ ਨੂੰ CRO ਤੇ ਚੁਣੇ ਗਏ ਚੈਨਲ ਦੇ ਨਾਲ ਕਨੈਕਟ ਕਰੋ। ਇਸ ਦੇ ਲਈ ਇੱਕ ਹੋਰ ਪ੍ਰੋਬ ਦੀ ਵਰਤੋਂ ਕਰੋ ਤੇ ਇਸ ਨੂੰ ਚੈਨਲ 2 ਦੇ ਨਾਲ ਕਨੈਕਟ ਕਰੋ। ਰੈੱਡ ਪ੍ਰੋਬ ਨੂੰ ਆਉਟਪੁੱਟ ਨਾਲ ਅਤੇ ਬਲੈਕ ਪ੍ਰੋਬ ਨੂੰ ਗਰਾਊਂਡ ਨਾਲ ਕਨੈਕਟ ਕਰੋ। ਮੋਡੂਲੇਟਿਡ ਸਿਗਨਲ ਵੇਵਫਾਰਮ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ऑसिलोस्कोप ਦੇ ਸੈਟਿੰਗਸ ਨੂੰ ਜਿਵੇਂ ਕਿ ਵਰਟੀਕਲ ਜਾਂ ਹੌਰੀਜ਼ੌਂਟਲ ਸਕੇਲਸ ਤੇ ਸੈੱਟ ਕਰੋ। ਟਾਈਮ ਡਿਵੀਜ਼ਨ ਅਤੇ ਸੰਬੰਧਿਤ ਚੈਨਲ ਦੇ ਵੋਲਟਸ ਜਾਂ ਡਿਵੀਜ਼ਨਸ ਨੂੰ ਵੀ ਸੈੱਟ ਕਰੋ। ਤੁਹਾਨੂੰ ਹੁਣ ऑसिलोस्कोप ਸਕਰੀਨ ਤੇ ਮੋਡੂਲੇਟਿਡ ਸਿਗਨਲ ਨੂੰ ਦੇਖਣ ਦੇ ਯੋਗ ਹੋਣਾ ਚਾਹੀਦਾ ਹੈ, ਜੋ ਕਿ ਫ੍ਰੀਕੁਐਂਸੀ ਮੋਡੂਲੇਟਰ ਦੁਆਰਾ ਤਿਆਰ ਕੀਤੀ ਫ੍ਰੀਕੁਐਂਸੀ ਮੋਡੂਲੇਟਿਡ ਆਉਟਪੁੱਟ ਨੂੰ ਦਰਸਾਉਂਦਾ ਹੈ। ਸਟੈਪ 6, ਟਰਾਂਸਮਿਸ਼ਨ ਲਈ ਤਿਆਰ ਕਰੋ। ਹੁਣ ਫ੍ਰੀਕੁਐਂਸੀ ਮੋਡੂਲੇਟਰ ਦੀ ਆਉਟਪੁੱਟ ਨੂੰ ਐਮੀਟਰ ਸਰਕਿਟ ਦੇ ਇਨਪੁੱਟ ਦੇ ਨਾਲ ਕਨੈਕਟ ਕਰੋ। ਇਸ ਆਉਟਪੁੱਟ ਪੋਰਟ ਨੂੰ ਐਮੀਟਰ ਸਰਕਿਟ ਦੇ ਇਨਪੁੱਟ ਪੋਰਟ ਨਾਲ ਕਨੈਕਟ ਕਰਨ ਲਈ ਇੱਕ ਸਹੀ ਕੇਬਲ ਦੀ ਵਰਤੋਂ ਕਰੋ। ਐਮੀਟਰ ਸਰਕਿਟ 'ਚ ਸੰਭਾਵਿਤ ਤੌਰ ਤੇ ਐਨਾਲੌਗ ਤੇ ਡਿਜੀਟਲ ਮੋਡਸ ਸਮੇਤ ਵੱਖ-ਵੱਖ ਆਪਰੇਟਿੰਗ ਮੋਡਸ ਹੁੰਦੇ ਨੇ। ਫਾਈਬਰ ਆਪਟਿਕ ਕੇਬਲ ਰਾਹੀਂ ਟਰਾਂਸਮਿਸ਼ਨ ਲਈ ਸਾਨੂੰ ਐਮੀਟਰ ਸਰਕਿਟ ਨੂੰ ਡਿਜੀਟਲ ਮੋਡ ਤੇ ਸੈੱਟ ਕਰਨ ਦੀ ਲੋੜ ਹੁੰਦੀ ਹੈ
ਅਗਲਾ ਸਟੈਪ ਫਾਈਬਰ ਆਪਟਿਕ ਕੇਬਲ ਦੇ ਇੱਕ ਸਿਰੇ ਨੂੰ ਐਮੀਟਰ ਸਰਕਟ ਦੇ ਆਉਟਪੁੱਟ ਟਰਮੀਨਲ ਨਾਲ ਕਨੈਕਟ ਕਰਨਾ ਹੈ। ਇਸ ਤੋਂ ਬਾਅਦ ਅਸੀਂ ਫਾਈਬਰ ਆਪਟਿਕ ਕੇਬਲ ਦੇ ਦੂਜੇ ਸਿਰੇ ਨੂੰ ਡਿਟੈਕਟਰ ਸਰਕਟ ਦੇ ਇਨਪੁੱਟ ਨਾਲ ਕਨੈਕਟ ਕਰਾਂਗੇ। ਇਹ ਯਕੀਨੀ ਬਣਾਓ ਕਿ ਫਾਈਬਰ ਆਪਟਿਕ ਕੇਬਲ ਦੋਵਾਂ ਸਿਰਿਆਂ ਤੇ ਕਨੈਕਟਡ ਹੈ। ਸੇਫਟੀ ਟਿਪ: ਫਾਈਬਰ ਸਟ੍ਰੈਂਡਸ ਜਾਂ ਕਨੈਕਟਰਸ ਨੂੰ ਨੁਕਸਾਨ ਤੋਂ ਬਚਾਉਣ ਲਈ ਫਾਈਬਰ ਆਪਟਿਕ ਕੇਬਲ ਨੂੰ ਧਿਆਨ ਨਾਲ ਫੜਨਾ ਜ਼ਰੂਰੀ ਹੈ। ਸਟੈਪ 7 ਡੀਮੋਡੂਲੇਸ਼ਨ ਸੈਟਅਪ। ਡਿਟੈਕਟਰ ਸਰਕਟ ਦੇ ਆਉਟਪੁੱਟ ਨੂੰ ਕੰਪੈਰੇਟਰ ਸਰਕਟਸ ਦੇ ਇਨਪੁੱਟ ਨਾਲ ਕਨੈਕਟ ਕਰੋ। ਇਹ ਯਕੀਨੀ ਬਣਾਓ ਕਿ ਕੇਬਲ ਦਾ ਇਹ ਸਿਰਾ ਕੰਪੈਰੇਟਰ ਦੇ ਇਨਪੁੱਟ ਪੋਰਟ ਦੇ ਅਨੁਕੂਲ ਸਹੀ ਕਨੈਕਟਰਸ ਦੇ ਨਾਲ ਜੁੜਿਆ ਹੋਇਆ ਹੈ। ਇਸ ਤੋਂ ਬਾਅਦ ਅਸੀਂ ਕੰਪੈਰੇਟਰ ਦੇ ਆਉਟਪੁੱਟ ਨੂੰ ਫੇਜ਼ ਲੌਗਡ ਲੂਪ ਯਾਨੀ PLL ਡਿਟੈਕਟਰ ਦੇ ਇਨਪੁੱਟ ਨਾਲ ਕਨੈਕਟ ਕਰਾਂਗੇ। ਇਸ ਕਨੈਕਸ਼ਨ ਨੂੰ ਜੋੜਨ ਲਈ ਸਹੀ ਕੇਬਲਸ ਜਾਂ ਕਨੈਕਟਰਸ ਦੀ ਵਰਤੋਂ ਕਰੋ। ਇਹ ਯਕੀਨੀ ਬਣਾਉਣ ਲਈ ਕੰਪੈਰੇਟਰ ਤੋਂ PLL ਡਿਟੈਕਟਰ ਤੱਕ ਸਿਗਨਲ ਪਾਥ ਸਹੀ ਢੰਗ ਨਾਲ ਕਨੈਕਟਡ ਹੈ। ਸਟੈਪ 8 ਡੀਮੋਡੂਲੇਟਡ ਸਿਗਨਲ ਨੂੰ ਨੋਟ ਕਰੋ। ਅੱਗੇ ਅਸੀਂ PLL ਡਿਟੈਕਟਰ ਦੇ ਆਉਟਪੁੱਟ ਨੂੰ ਲੋ ਪਾਸ ਫਿਲਟਰ ਦੇ ਇਨਪੁੱਟ ਨਾਲ ਕਨੈਕਟ ਕਰਾਂਗੇ। ਲੋ ਪਾਸ ਫਿਲਟਰ ਸਰਕਟ ਡੀਮੋਡੂਲੇਟਡ ਸਿਗਨਲ 'ਚ ਮੌਜੂਦ ਕਿਸੇ ਵੀ ਹਾਈ ਫ੍ਰੀਕੁਐਂਸੀ ਨੋਇਸ ਜਾਂ ਇੰਟਰਫੇਸ ਨੂੰ ਹਟਾਉਣ 'ਚ ਮਦਦ ਕਰਦਾ ਹੈ। ਇਸ ਤੋਂ ਬਾਅਦ ਸਾਨੂੰ ਨੋਟ ਕਰਨ ਲਈ ਇੱਕ ਸਹੀ ਐਂਪਲੀਟਿਊਡ ਪ੍ਰਾਪਤ ਕਰਨ ਲਈ ਫਿਲਟਰ ਸਿਗਨਲ ਨੂੰ ਐਂਪਲੀਫਾਈ ਕਰਨਾ ਪੈਂਦਾ ਹੈ। ਇਸ ਦੇ ਲਈ ਉਚਿਤ ਕੇਬਲਸ ਜਾਂ ਕਨੈਕਟਰਸ ਦੀ ਵਰਤੋਂ ਕਰਕੇ ਲੋ ਪਾਸ ਫਿਲਟਰ ਦੇ ਆਉਟਪੁੱਟ ਨੂੰ ਐਂਪਲੀਫਾਇਰ ਸਰਕਟ ਦੇ ਇਨਪੁੱਟ ਨਾਲ ਕਨੈਕਟ ਕਰੋ। AC ਐਂਪਲੀਫਾਇਰ ਦੇ ਆਉਟਪੁੱਟ ਨੂੰ ਚੈਨਲ 2 ਨਾਲ ਕਨੈਕਟ ਕਰੋ। ਚੈਨਲ ਦੀ ਰੈੱਡ ਪ੍ਰੋਬ ਨੂੰ AC ਐਂਪਲੀਫਾਇਰ ਸਰਕਟ ਦੇ ਆਉਟਪੁੱਟ ਦੇ ਨਾਲ ਅਤੇ ਬਲੈਕ ਪ੍ਰੋਬ ਨੂੰ ਕਾਮਨ ਗਰਾਊਂਡ ਨਾਲ ਕਨੈਕਟ ਕਰੋ। ਇਹ ਯਕੀਨੀ ਬਣਾਓ ਕਿ ਐਂਪਲੀਫਾਇਰ ਆਉਟਪੁੱਟ ਤੋਂ ਆਸਿਲੋਸਕੋਪ ਇਨਪੁੱਟ ਤੱਕ ਸਿਗਨਲ ਪਾਥ ਸਹੀ ਢੰਗ ਨਾਲ ਰੂਟ ਕੀਤਾ ਗਿਆ ਹੈ ਤੇ ਸੁਰੱਖਿਅਤ ਢੰਗ ਨਾਲ ਕਨੈਕਟਡ ਹੈ। ਸਿਗਨਲ ਨੂੰ ਸਹੀ ਢੰਗ ਨਾਲ ਦੇਖਣ ਲਈ ਕੰਪੈਰੇਟਰ ਦੀਆਂ ਨੌਬਸ ਨੂੰ ਐਡਜਸਟ ਕਰੋ। ਇਹ ਸੁਨਿਸ਼ਚਿਤ ਕਰਨ ਲਈ ਵੇਵਫਾਰਮ ਸਹੀ ਟਾਈਮ ਅਤੇ ਰੈਜ਼ੋਲੂਸ਼ਨ ਨਾਲ ਦਿਖਦੀ ਹੈ। ਇਸ ਦੀਆਂ ਕਰੈਕਟਰਿਸਟਿਕਸ ਅਤੇ ਵਿਸ਼ੇਸ਼ਤਾਵਾਂ ਦਾ ਵਿਸ਼ਲੇਸ਼ਣ ਕਰਨਾ ਆਸਾਨ ਹੁੰਦਾ ਹੈ। ਇਸ ਲਈ ਟਾਈਮ ਡਿਵੀਜ਼ਨ ਨੌਬ ਨੂੰ ਐਡਜਸਟ ਕਰੋ। ਵੈਰੀਫਾਈ ਕਰੋ ਕਿ ਐਂਪਲੀਫਾਇਰ ਸਰਕਟ ਤੋਂ ਲਿਆ ਗਿਆ ਆਉਟਪੁੱਟ ਸਿਗਨਲ ਤੇ ਇਨਪੁੱਟ ਸਿਗਨਲ ਬਰਾਬਰ ਹਨ। ਇਸ ਨਾਲ ਆਪਾਂ ਇਸ ਸੈਸ਼ਨ ਦੇ ਅੰਤ ਵਿੱਚ ਆਉਂਦੇ ਹਾਂ। ਇਸ ਸੈਸ਼ਨ ਵਿੱਚ ਅਸੀਂ ਇਹ ਸਿੱਖਿਆ ਹੈ: ਫ੍ਰੀਕੁਐਂਸੀ ਮੋਡੂਲੇਸ਼ਨ ਅਤੇ ਡੀਮੋਡੂਲੇਸ਼ਨ, ਆਡੀਓ ਸਿਗਨਲ ਦੁਆਰਾ OFC ਟ੍ਰੇਨਰ ਕਿਟ ਦੀ ਵਰਤੋਂ ਕਰਦੇ ਹੋਏ ਫ੍ਰੀਕੁਐਂਸੀ ਮੋਡੂਲੇਸ਼ਨ ਅਤੇ ਡੀਮੋਡੂਲੇਸ਼ਨ ਦਾ ਪ੍ਰਦਰਸ਼ਨ ਕਰਨਾ। ਦੇਖਣ ਲਈ ਧੰਨਵਾਦ। ਅਸੀਂ ਤੁਹਾਨੂੰ ਅਗਲੇ ਸੈਸ਼ਨ ਵਿੱਚ ਮਿਲਾਂਗੇ।